ਤਾਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਤੁਹਾਡੇ ਗਰੁੱਪ ਨੇ ਹੋਰੀਜ਼ੋਨਟਲ ਪੋਜੀਸ਼ਨ ਤੇ ਉਹ ਤੁਹਾਡੀ ਤਰਫ ਆ ਰਹੇ ਹੁੰਦੇ ਨੇ ਐਂਡ ਜੋ ਤੁਹਾਡੇ ਵਰਟੀਕਲ ਗਰੁੱਪ ਪ੍ਰੈਜ਼ੈਂਟ ਹੁੰਦੇ ਨੇ that are facing away from you। ਤਾਂ ਉਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਹੁਣ ਆਪਾਂ ਇੱਥੇ ਨੰਬਰਿੰਗ ਅਸਾਈਨ ਕਰਨੀ ਹੈ। ਜਦੋਂ ਤੁਸੀਂ ਇਸ ਤੇ ਨੰਬਰਿੰਗ ਅਸਾਈਨ ਕਰੋਗੇ ਤਾਂ ਮੈਂ ਤੁਹਾਨੂੰ ਨੰਬਰਿੰਗ ਲਿਖ ਦਿੰਦਾ ਹਾਂ। ਤਾਂ ਦੇਖੋ ਸਭ ਤੋਂ ਪਹਿਲਾਂ ਕਲੋਰੀਨ ਦਾ ਐਟੋਮਿਕ ਨੰਬਰ ਸਭ ਤੋਂ ਜ਼ਿਆਦਾ ਹੈ ਤਾਂ ਫਸਟ। ਆਹ ਵਾਲਾ ਗਰੁੱਪ ਕੀ ਬਣੇਗਾ ਤੁਹਾਡਾ ਸੈਕਿੰਡ ਗਰੁੱਪ ਬਣੇਗਾ। ਦਿਸ ਇਜ਼ ਯੋਰ ਥਰਡ ਐਂਡ ਦਿਸ ਇਜ਼ ਯੋਰ ਫੋਰਥ। ਤਾਂ ਤੁਸੀਂ ਕਿੱਦਾਂ ਜਾ ਰਹੇ ਹੋ ਦੇਖੋ 1 to 2 to 3 ਤਾਂ ਤੁਸੀਂ ਯੂ ਆਰ ਗੋਇੰਗ ਕਲੋਕਵਾਈਜ਼। ਕਿੱਦਾਂ ਜਾ ਰਹੇ ਹੋ ਤੁਸੀਂ ਕਲੋਕਵਾਈਜ਼ ਜਾ ਰਹੇ ਹੋ। ਤਾਂ ਐਸ ਪਰ ਦਾ ਨੋਮ ਕਨਫੀਗਰੇਸ਼ਨ ਕੀ ਹੋਣੀ ਚਾਹੀਦੀ ਹੈ ਆਰ। ਬਟ ਦੇਖੋ ਜੋ ਫੋਰਥ ਗਰੁੱਪ ਹੈ that is on the horizontal that is facing towards you। ਤਾਂ ਜੋ ਥੋੜਾ ਰੂਲ ਹੈ ਉਹ ਚੇਂਜ ਹੋ ਜਾਏਗਾ। ਆਰ ਤੋਂ ਕਨਫੀਗਰੇਸ਼ਨ ਕੀ ਬਣ ਜਾਏਗੀ ਤੁਹਾਡੀ ਐਸ ਬਣ ਜਾਏਗੀ। that means ਜੋ ਸੈਕਿੰਡ ਨੰਬਰ ਤੇ ਹੈ ਉਸਦੀ ਕਨਫੀਗਰੇਸ਼ਨ ਕੀ ਆਏਗੀ ਤੁਹਾਡੀ ਐਸ ਆਏਗੀ। ਸਿਮਿਲਰਲੀ ਜੋ ਗਰੁੱਪ ਤੁਹਾਡਾ ਡਾਊਨ ਸਾਈਡ ਪ੍ਰੈਜ਼ੈਂਟ ਹੈ ਇਸ ਦੇ ਉੱਪਰ ਨੰਬਰਿੰਗ ਕਿੱਦਾਂ ਦੋਗੇ ਤੁਸੀਂ ਇਹ ਚੀਜ਼ ਚੈੱਕ ਕਰਨੀ ਹੈ। ਤਾਂ ਦੇਖੋ ਸਭ ਤੋਂ ਜ਼ਿਆਦਾ ਦੇਖੋ ਐਟੋਮਿਕ ਨੰਬਰ ਕਿਸਦਾ ਹੈ ਤੁਹਾਡਾ ਆਕਸੀਜਨ ਦਾ that is first। जो ऊपर ग्रुप लग गया है दैट इज योर सेकंड। दिस इज इथाइल ग्रुप ਤੁਸੀਂ ਥਰਡ ਪ੍ਰਾਇੋਰਟੀ ਦੋਗੇ ਔਰ ਹਾਈਡਰੋਜਨ ਨੂੰ ਦੋਗੇ ਫੋਰਥ ਪ੍ਰਾਇੋਰਟੀ। ਤਾਂ ਤੁਸੀਂ ਦੇਖੋਗੇ ਇੱਥੇ ਕੀ ਹੈ ਤੁਹਾਡਾ ਕਲੋਕਵਾਈਜ਼ ਜਾ ਰਹੇ ਹੋ 1 to 2 to 3 ਹੁੰਦੇ ਹੋਏ। ਤਾਂ ਕਲੋਕਵਾਈਜ਼ ਜਾ ਰਹੇ ਹੋ ਮਤਲਬ ਗਰੁੱਪ ਕੀ ਹੋਏਗਾ ਆਰ ਕਨਫੀਗਰੇਸ਼ਨ ਹੋਣੀ ਚਾਹੀਦੀ ਹੈ। ਬਟ ਕਿਉਂਕਿ ਫੋਰਥ ਪ੍ਰਾਇੋਰਟੀ ਅਗੇਨ ਹੌਰੀਜ਼ੌਨਟਲ ਤੇ ਹੈ that is facing towards you ਤਾਂ ਕਨਫੀਗਰੇਸ਼ਨ ਚੇਂਜ ਹੋ ਜਾਏਗੀ ਤੁਹਾਡੇ ਐਸ ਦੇ ਵਿੱਚ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਏ ਆਪਸ਼ਨ। ਸੈਕਿੰਡ ਤੇ ਵੀ ਐਸ ਕਨਫੀਗਰੇਸ਼ਨ ਹੈ ਤੇ ਥਰਡ ਕਾਰਬਨ ਤੇ ਵੀ ਤੁਹਾਡੀ ਐਸ ਕਨਫੀਗਰੇਸ਼ਨ ਪ੍ਰੈਜ਼ੈਂਟ ਹੈ। ਕੁਐਸਚਨ ਨੰਬਰ 120 ਕਹਿੰਦੇ which of the following statement is true। ਦੇਖੋ ਜਿੰਨੀਆਂ ਵੀ ਸਟੇਟਮੈਂਟਸ ਨੇ ਸਾਰੀਆਂ ਡਾਇਓਸਟੀਰੀਓਮਰਸ ਦੇ ਉੱਪਰ ਹੁੰਦੀਆਂ ਨੇ। ਤਾਂ ਜਿਹੜੇ ਤੁਹਾਡੇ ਡਾਇਓਸਟੀਰੀਓਮਰਸ ਹੁੰਦੇ ਨੇ ਉਹਨਾਂ ਦੀਆਂ ਜੋ ਫਿਜ਼ੀਕਲ ਪ੍ਰੋਪਰਟੀਆਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ ਤੁਹਾਡੀਆਂ ਡਿਫਰੈਂਟ ਹੁੰਦੀਆਂ ਨੇ। ਉਹਨਾਂ ਦੀਆਂ ਜੋ ਫਿਜ਼ੀਕਲ ਪ੍ਰੋਪਰਟੀਆਂ ਹੁੰਦੀਆਂ ਨੇ ਕੀ ਹੁੰਦੀਆਂ ਨੇ ਡਿਫਰੈਂਟ ਹੁੰਦੀਆਂ ਨੇ। ਤਾਂ ਆਪਾਂ ਡਾਇਓਸਟੀਰੀਓਮਰਸ ਨੂੰ ਈਜ਼ੀਲੀ ਸੈਪਰੇਟ ਕਰ ਸਕਦੇ ਹਾਂ by using fractional distillation। ਧਿਆਨ ਰੱਖਣਾ ਜੋ ਤੁਹਾਡੇ ਡਾਇਓਸਟੀਰੀਓਮਰਸ ਹੁੰਦੇ ਨੇ ਇੱਕ ਤਾਂ ਇਹਨਾਂ ਵਿੱਚ ਫਿਜ਼ੀਕਲ ਪ੍ਰੋਪਰਟੀਆਂ ਡਿਫਰੈਂਟ ਹੁੰਦੀਆਂ ਨੇ। ਦੂਸਰਾ ਡਾਇਓਸਟੀਰੀਓਮਰਸ ਕੀ ਹੁੰਦੇ ਨੇ ਇਹਨਾਂ ਵਿੱਚ ਨੌਨ ਮਿਰਰ ਇਮੇਜ ਰਿਲੇਸ਼ਨਸ਼ਿਪ ਹੁੰਦਾ ਹੈ ਕਿ ਜੋ ਵੀ ਦੋ ਤੁਹਾਡੇ ਕੰਪਾਊਂਡਸ ਨੇ ਉਹ ਆਪਸ ਦੇ ਵਿੱਚ ਮਿਰਰ ਇਮੇਜ ਨਹੀਂ ਹੁੰਦੇ ਦੇ ਆਰ ਨੌਨ ਮਿਰਰ ਇਮੇਜ ਰਿਲੇਸ਼ਨਸ਼ਿਪ ਹੁੰਦਾ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਐਂਡ ਦੇ ਕੈਨ ਬੀ ਈਜ਼ੀਲੀ ਸੈਪਰੇਟਡ ਬਾਈ ਯੂਅਰ ਫ੍ਰੈਕਸ਼ਨਲ ਕ੍ਰਿਸਟਲਾਈਜੇਸ਼ਨ ਦੇ ਨਾਲ ਉਸਨੂੰ ਸੈਪਰੇਟ ਕਰ ਸਕਦੇ ਹੋ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ ਆਏਗਾ। ਠੀਕ ਹੈ ਧਿਆਨ ਰੱਖਣਾ ਹੈ। ਬਾਕੀ ਦੇ ਜੋ ਵੀ ਆਪਸ਼ਨਸ ਨੇ ਤੁਹਾਨੂੰ ਸਾਰੇ ਗਲਤ ਦਿੱਤੇ ਹੋਏ ਨੇ। ਦੇਖੋ ਜੋ ਪਹਿਲਾ ਆਪਸ਼ਨ ਹੈ ਡਾਇਓਸਟੀਰੀਓਮਰ ਆਰ ਅ ਪੇਅਰ ਆਫ ਆਈਸੋਮਰ ਆਬਜੈਕਟ ਐਂਡ ਮਿਰਰ ਇਮੇਜ। ਤਾਂ ਇਹ ਤੁਹਾਡੇ ਨੌਨ ਮਿਰਰ ਇਮੇजेस ਹੁੰਦੇ ਨੇ ਤਾਂ ਇਹ ਆਪਸ਼ਨ ਗਲਤ ਹੈ। Diastereomer rotate the plane of polarized light to an equal and opposite direction ਇਹ ਗਲਤ ਹੈ। That is an definition of your enantiomers। That is an definition of your enantiomers। D option diastereomer have identical physical and chemical properties ਇਹ ਵੀ ਤੁਹਾਡੇ enantiomer ਦੀ property ਹੈ। That is not go for your diastereomers ਤਾਂ ਇਹ ਵੀ option ਤੁਹਾਡਾ ਗਲਤ ਹੈ। ਤਾਂ ਆਨਸਰ ਕੀ ਆਏਗਾ ਤੁਹਾਡਾ ਇੱਥੇ B option ਆਏਗਾ। Question number 121 which of the following completion is incorrect। ਜੋ ਇਥੋਂ ਜੋ ਥੋੜੀ ਚੀਜ਼ ਗਲਤ ਹੈ ਉਹ ਦੱਸਣੀ ਹੈ। ਟੋਟੋਮੈਰਿਜ਼ਮ is exhibited by। ਤਾਂ ਦੇਖੋ ਟੋਟੋਮਰ ਦੀ ਪਹਿਲੀ ਕੰਡੀਸ਼ਨ ਕੀ ਹੈ ਤੁਹਾਡੇ ਕੋਲ ਅਲਫਾ ਹਾਈਡਰੋਜਨ ਹੋਣਾ ਚਾਹੀਦਾ ਹੈ ਤੇ ਇੱਕ ਤੁਹਾਡਾ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਮੋਲੀਕਿਊਲ ਦੇ ਵਿੱਚ ਪ੍ਰੈਜ਼ੈਂਟ ਹੋਣਾ ਚਾਹੀਦਾ ਹੈ। ਸੋ that is the most important condition for a molecule to exhibit tautomerism। ਟੋਟੋਮੈਰਿਜ਼ਮ ਦੀ ਕੰਡੀਸ਼ਨ ਕੀ ਹੈ ਕਿ ਜੋ ਵੀ ਤੁਹਾਡਾ ਇੱਕ ਮੰਨ ਲਓ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੈ ਤਾਂ ਉਸਦੇ ਨਾਲ ਜੋ ਕਾਰਬਨ ਅਟੈਚਡ ਹੈ ਜਿਸ ਨੂੰ ਆਪਾਂ ਅਲਫਾ ਕਾਰਬਨ ਬੋਲਦੇ ਹਾਂ ਤਾਂ ਉਸਦੇ ਕੋਲ ਘੱਟ ਤੋਂ ਘੱਟ ਐਟਲੀਸਟ 1 ਹਾਈਡਰੋਜਨ ਦਾ ਪ੍ਰੈਜ਼ੈਂਟ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤਾਂ ਆਪਾਂ ਦੇਖੋ ਆਪਸ਼ਨ ਚੈੱਕ ਕਰਦੇ ਹਾਂ। ਪਹਿਲਾ ਹੈ ਇਥਾਈਲ ਐਸੀਟਾਈਲ ਐਸੀਟੋਨੇਟ। ਸੋ ਦਿਸ ਇਜ਼ ਦਾ ਸਟਰਕਚਰ ਆਫ ਯੂਅਰ ਇਥਾਈਲ ਐਸੀਟਾਈਲ ਐਸੀਟੋਨੇਟ। ਤਾਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਆ ਦੇਖੋ CH2 ਗਰੁੱਪ ਹੈ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਨੇ ਇੱਥੇ ਦੋ ਹਾਈਡਰੋਜਨ ਪ੍ਰੈਜ਼ੈਂਟ ਨੇ। ਸੋ ਇਟ ਕੈਨ ਪਾਰਟਿਸਿਪੇਟ in tautomerism। next है pentane 2,4 dione। ਤਾਂ ਦੇਖੋ this is the structure of your B option। ਤਾਂ ਇਹਦੇ ਵਿੱਚ ਦੇਖੋ ਤੁਹਾਡਾ ਆਹ ਜੋ CH2 ਗਰੁੱਪ ਹੈ ਇਹਦੇ ਕੋਲ ਦੋ ਅਲਫਾ ਹਾਈਡਰੋਜਨ ਪ੍ਰੈਜ਼ੈਂਟ ਨੇ ਤਾਂ ਇਹ ਟੋਟੋਮੈਰਿਜ਼ਮ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ। ਨੈਕਸਟ ਹੈ 2 ਪ੍ਰੋਪੇਨੋਲ। ਦੇਖੋ 2 ਪ੍ਰੋਪੇਨੋਲ ਇਹ ਹੈ ਤਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਪ੍ਰੈਜ਼ੈਂਟ ਨਹੀਂ ਹੈ ਜੋ ਕਿ ਤੁਹਾਡਾ ਟੋਟੋਮੈਰਿਜ਼ਮ ਚ ਪਾਰਟਿਸਿਪੇਟ ਕਰੇ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ C ਆਪਸ਼ਨ ਆਏਗਾ। ਨੈਕਸਟ ਹੈ ਤੁਹਾਡਾ ਡਾਇਮਡੋਨ। ਡਾਇਮਡੋਨ ਕੀ ਹੁੰਦਾ ਹੈ ਤੁਹਾਡਾ ਦਿਸ ਇਜ਼ ਦਾ ਸਟਰਕਚਰ ਆਫ ਯੂਰ ਡਾਇਮਡੋਨ ਸਟਰਕਚਰ। ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ
ਕੀ ਹੈ ਇੱਥੇ ਤੁਹਾਡੇ ਕੋਲ CH2 ਗਰੁੱਪ ਪ੍ਰੈਜ਼ੈਂਟ ਹੈ, ਜੋ ਇਸ CH2 ਗਰੁੱਪ ਦੇ ਕੋਲ ਦੇਖੋ ਦੋ ਅਲਫਾ ਹਾਈਡਰੋਜਨ ਪ੍ਰੈਜ਼ੈਂਟ ਨੇ that can participate in your टोटोमेरिज्म। ਤਾਂ टोटोमेरिज्म की जो कंडीशन है कि यह अल्फा हाइड्रोजन प्रेजेंट होना जरूरी है एंड जो भी थोड़ा एक ग्रुप है दैट शुड बी इलेक्ट्रॉन विदड्रॉइंग ग्रुप उत्थे होना ਜ਼ਰੂਰੀ ਹੈ। ਤਾਂ ਇੱਥੇ ਤੁਹਾਡਾ C ਆਨਸਰ ਆਏਗਾ ਕਿਉਂਕਿ C ਵਿੱਚ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਜੋ ਕਿ ਤੁਹਾਡਾ ਅਲਫਾ ਹਾਈਡਰੋਜਨ ਨੂੰ ਟੋਟੋਮੈਰਿਜ਼ਮ ਦੇ ਵਿੱਚ ਪਾਰਟਿਸਿਪੇਟ ਕਰਵਾ ਸਕੇ ਉਹ ਪ੍ਰੈਜ਼ੈਂਟ नहीं है। क्वेश्चन नंबर 122 silver benzoate reacts with bromine to form that is an example of your borodine Hunsdicker reaction, that is a naming reaction borodine Hunsdicker reaction। देखो बोरोडीन हुंसडिकर रिएक्शन ਹੁੰਦਾ ਕੀ ਹੈ, ਇਹਦੇ ਵਿੱਚ ਫ੍ਰੀ ਰੈਡੀਕਲ ਸਬਸਟੀਟਿਊਸ਼ਨ ਹੁੰਦਾ ਹੈ, देयर इज फ्री रैडिकल मैकेनिज्म ਇੱਥੇ ਹੁੰਦਾ ਹੈ ਤੁਹਾਡਾ ਧਿਆਨ ਰੱਖਣਾ ਹੈ, that is an example of free radical mechanism। ਦੇਖੋ ਰਿਐਕਸ਼ਨ ਹੁੰਦਾ ਕੀ ਹੈ, ਇੱਥੇ ਆਪਾਂ ਕਾਰਬੋਕਸਿਲੇਟ ਸਾਲਟ ਲੈਣੇ ਹਾਂ ਸਿਲਵਰ ਦੇ, ਜਿਸ ਦੀ ਰਿਐਕਸ਼ਨ ਆਪਾਂ ਬ੍ਰੋਮੀਨ ਦੇ ਨਾਲ ਕਰਵਾਉਂਦੇ ਹਾਂ ਇਨ ਦਾ ਪ੍ਰੈਜ਼ੈਂਸ ਆਫ CCl4। ਤਾਂ ਇੱਥੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਕੀ ਬਣਦਾ ਹੈ, अल्काइल ब्रोमाइड बनता है, कार्बन डाइऑक्साइड गैस बाहर निकलती है, नाल प्रोडक्ट की बनता है सिल्वर ब्रोमाइड। ठीक है, दिस इज योर बोरोडीन हुंसडिकर रिएक्शन। ਇੱਥੇ ਦੇਖੋ ਕੀ ਹੈ सिल्वर बेंजोएट, सिल्वर बेंजोएट मतलब ਹੁਣ ਇੱਥੇ R ਕੀ ਲੱਗਿਆ ਹੋਇਆ ਤੁਹਾਡਾ बेंजीन रिंग है, दैट इज द। ਤਾਂ ਇੱਥੇ ਜੋ ਤੁਹਾਡਾ प्रोडक्ट बनेगा, प्रोडक्ट ਕੀ बनेगा ਤੁਹਾਡਾ ਇੱਥੇ ब्रोमोबेंजीन, प्रोडक्ट ਕੀ बनेगा ਤੁਹਾਡਾ ब्रोमोबेंजीन, दैट इज अ नेमिंग रिएक्शन बोरोडीन हुंसडिकर रिएक्शन। ਤਾਂ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ है। इसका आंसर क्या आएगा ਤੁਹਾਡਾ डी ऑप्शन। क्वेश्चन नंबर 123 द मेजर प्रोडक्ट इन द फॉलोइंग रिएक्शन इज। ਤਾਂ ਦੇਖੋ ਇੱਥੇ ਕੀ ਹੈ NaHTHF ਤੇ NaH मतलब Na पॉजिटिव, H नेगेटिव है, H नेगेटिव बहुत ही ज्यादा स्ट्रॉन्ग बेस है, बेस ਦਾ ਕੰਮ ਕੀ ਹੈ ਐਸਿਡਿਕ H ਨੂੰ ਅਬਸਟ੍ਰੈਕਟ ਕਰਵਾਉਣਾ। ਤਾਂ ਇੱਥੇ ਕੀ ਕਰੇਗਾ ਦੇਖੋ ਇਹ ਆਪਣੇ ਇੱਕ ਐਸਿਡਿਕ H ਨੂੰ ਕੀ ਕਰੇਗਾ ਤੇ ਇਹਦੇ ਵਿੱਚੋਂ ਅਬਸਟ੍ਰੈਕਟ ਕਰਵਾਏਗਾ। ਤਾਂ ਇਹ ਵਾਲਾ ਜੋ ਇੱਥੇ ਇਸ ਕਾਰਬਨ ਦੇ ਉੱਪਰ ਹਾਈਡਰੋਜਨ ਪ੍ਰੈਜ਼ੈਂਟ ਹੈ दैट इज एसिडिक इन नेचर। वाई सो, बिकॉज ਜਦੋਂ ਹੀ ਹਾਈਡਰੋਜਨ ਬਾਹਰ ਜਾਂਦਾ ਹੈ ਤਾਂ ਜਦੋਂ ਹੀ ਇਸ ਕਾਰਬਨ ਦੇ ਉੱਪਰ 네ਗੇਟਿਵ ਚਾਰਜ ਆਏਗਾ that 네ਗੇਟਿਵ ਚਾਰਜ ਕਾਰਨ ਕੀ ਹੋ ਜਾਏਗਾ ਰਿੰਗ ਸਿਸਟਮ ਕੀ ਬਣ ਜਾਏਗਾ ਤੁਹਾਡਾ एरोमेटिक बन जाएगा, 10 पाई इलेक्ट्रॉन हो जाएंगे, एरोमेटिक हक्कल थ्योरी ਨੂੰ फॉलो करेगा। एंड ਜਦੋਂ ਹੀ ਇਸ ਦੇ ਉੱਪਰ 네ਗੇਟਿਵ ਚਾਰਜ ਆਇਆ ਤਾਂ ਦੇਖੋ ਇੱਥੇ ਕੀ ਹੈ ਆਹ 네ਗੇਟਿਵ ਚਾਰਜ ਇਸ ਕਾਰਬਨ ਤੇ ਅਟੈਕ ਕਰੇਗਾ, ਆਹ ਡਬਲ ਬੌਂਡ ਇੱਥੇ ਸ਼ਿਫਟ ਕਰੇਗਾ ਤੇ ਜੋ ਬ੍ਰੋਮੀਨ ਹੈ that act as a good living group ਉਹ ਤੁਹਾਡੇ ਸਿਸਟਮ ਦੇ ਵਿੱਚੋਂ ਕੀ ਹੋ ਜਾਏਗਾ ਬਾਹਰ ਹੋ ਜਾਏਗਾ। that means ਜੋ ਵੀ ਗਰੁੱਪ ਹੈ ਉਹ ਇਸ ਕਾਰਬਨ ਦੇ ਉੱਪਰ ਆ ਕੇ ਕੀ ਕਰੇਗਾ ਅਟੈਚ ਕਰੇਗਾ। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ ਬੀ ਆਪਸ਼ਨ। ਆਨਸਰ ਕੀ ਆਏਗਾ ਤੁਹਾਡਾ ਇੱਥੇ बी ऑप्शन। ध्यान की रखना है कि इत्थे एसिडिक H जेड़ा प्रेजेंट सी। क्वेश्चन नंबर 124 द कंपाउंड दैट गिव्स प्रेसिपिटेट ऑन वार्मिंग विद सिल्वर नाइट्रेट। ਤਾਂ ਧਿਆਨ ਰੱਖਣਾ ਪ੍ਰੈਸਿਪਿਟੇਟ ਕਦੋਂ ਬਣਦਾ ਹੈ ਸਿਲਵਰ ਦੇ ਨਾਲ ਜਦੋਂ ਇੱਕ ਹੈਲੋਜਨ ਆਂਦਾ ਹੈ ਤਾਂ ਵਾਈਟ ਪ੍ਰੈਸਿਪਿਟੇਟ ਦੀ ਫਾਰਮੇਸ਼ਨ ਹੁੰਦੀ ਹੈ। ਤਾਂ ਹੁਣ ਤੁਸੀਂ ਦੇਖਣਾ ਹੈ ਕਿ ਇਹਨਾਂ ਗਿਵਨ ਆਪਸ਼ਨਸ ਦੇ ਵਿੱਚੋਂ ਕਿਹੜਾ ਬ੍ਰੋਮਾਈਡ आयन छेती बाहर निकल सकता है, आप ये चीज चेक करनी है। ਤਾਂ ਤੁਸੀਂ ਦੇਖੋਗੇ ਇਹਦਾ ਆਨਸਰ ਕੀ ਆਏਗਾ ਡੀ ਆਪਸ਼ਨ। ਰੀਜ਼ਨ ਕੀ ਹੈ ਬਿਕੋਜ਼ ਜਦੋਂ ਹੀ ਇੱਥੋਂ ਥੋੜਾ ਬ੍ਰੋਮਾਈਡ ਆਇਨ ਨਿਕਲੇਗਾ ਤਾਂ ਜਦੋਂ ਹੀ ਬ੍ਰੋਮਾਈਡ ਆਇਨ ਇੱਥੋਂ ਨਿਕਲਿਆ ਤਾਂ ਇੱਥੇ ਕਾਰਬਨ ਦੇ ਉੱਪਰ ਚਾਰਜ ਕੀ ਆਏਗਾ ਪੋਜ਼ਿਟਿਵ ਚਾਰਜ। ਤਾਂ ਜਿੱਦਾਂ ਹੀ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆਇਆ ਇਸ ਸਿਸਟਮ ਕੋਲ ਕਿੰਨੇ ਪਾਈ ਇਲੈਕਟ੍ਰੋਨ ਨੇ 6 ਪਾਈ ਇਲੈਕਟ੍ਰੋਨ ਐਂਡ ਇਹ ਹੱਕਲ ਥਿਊਰੀ ਨੂੰ ਫੋਲੋ ਕਰੇਗਾ ਜਿਸ ਕਰਕੇ ਇਹ ਸਿਸਟਮ ਕੀ ਬਣ ਜਾਏਗਾ ਤੁਹਾਡਾ एरोमेटिक बन जाएगा एंड एरोमेटिक कंपाउंड्स आर वेरी स्टेबल। ਤਾਂ ਕਰਕੇ ਇਸ डी ऑप्शन ਦੇ ਵਿੱਚ ਇਹ ਰਿਐਕਸ਼ਨ ਬਹੁਤ ਹੀ ਜ਼ਿਆਦਾ ਫਾਸਟ ਹੋਏਗੀ, ਇਹ ਇਮੀਡੀਏਟਲੀ ਪ੍ਰੈਸਿਪਿਟੇਟ ਬਣਾ ਦੇਗਾ ਤੁਹਾਡਾ ਸਿਲਵਰ ब्रोमाइड का। देखो सी ऑप्शन च अगर तुसी ब्रोमाइड बाहर निकालोगे देयर विल बी अ फॉर्मेशन ऑफ योर एंटी एरोमेटिक स्ट्रक्चर। 4 पाई इलेक्ट्रॉन ने एंटी एरोमेटिक स्ट्रक्चर ਦੀ ਫਾਰਮੇਸ਼ਨ ਕਰਨਗੇ। A ਤੇ B ਦੇ ਵਿੱਚ ब्रोमाइड ਨੂੰ ਬਾਹਰ ਨਿਕਾਲਣਾ ਥੋੜਾ ਜਿਹਾ ਟਫ ਹੈ ਬਿਕੋਜ਼ ਆਫ ਦਾ ਡਬਲ ਬੌਂਡ ਕਰੈਕਟਰ। ਇਹਦੇ ਵਿੱਚ ਕੀ ਆ ਜਾਏਗਾ ਡਬਲ ਬੌਂਡ ਕਰੈਕਟਰ ਆਣ ਕਰਕੇ ਇਹਦੇ ਵਿੱਚੋਂ ब्रोमाइड ਨੂੰ ਬਾਹਰ ਨਿਕਾਲਣਾ ਮੁਸ਼ਕਿਲ ਹੈ। ਪਰ ਜੋ ਤੁਹਾਡਾ डी ऑप्शन है ਉਹਦੇ ਵਿੱਚ ਜੋ ਤੁਹਾਡਾ ब्रोमाइड आयन है वो बहुत ही ईजिली बाहर निकल जाएगा। बाहर निकलन दे नाल बिकॉज क्योंकि जो थोड़ा स्ट्रक्चर बन रहा है दैट बिकम्स योर एरोमेटिक इन नेचर। क्वेश्चन नंबर 125 which of the following compounds have meso structure मतलब जिसको plane of symmetry present है। plane of symmetry चेक करनी है ਤਾਂ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਜੋ ਥੋੜਾ ਅਗਰ ਮੈਂ ਇੱਥੋਂ plane ਪਾਸ ਕਰਵਾਵਾਂ ਤਾਂ ਇੱਥੇ ਥੋੜਾ C ਕਾਰਬੋਕਸਿਲਿਕ ਐਸਿਡ ਗਰੁੱਪ ਹੈ ਤੇ ਥੋੜਾ CH2 COOH ਗਰੁੱਪ ਹੈ ਤਾਂ ਇੱਥੇ plane of symmetry present नहीं। बी ऑप्शन देखो अगर मैं इथों प्लेन पास करवावां ਤਾਂ प्लेन पास करवाਉਣ ਦੇ ਨਾਲ ਦੇਖੋ ਆਹ ਗਰੁੱਪ ਤੇ ਆਹ ਗਰੁੱਪ ਇੱਕ ਦੂਜੇ ਨੂੰ परफेक्टली रिफ्लेक्ट कर रहे ने, दे आर द मिरर इमेजेस ऑफ द ईच अदर। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ
बी ऑप्शन आएगा। अगर तुसी मान लो इत्थों प्लेन पास करवाया तो आह थोड़ा एसिड ते यही एसिड की है थोड़े दोनों डिफरेंट साइड दे ने दैट आर प्रेजेंट अबव द प्लेन एंड आह वाला जो कार्बोक्सिलिक ग्रुप है दैट इज प्रेजेंट बिलो द प्लेन। तो यह थोड़ा मिरर इमेजेस नहीं होंगे तो सी ऑप्शन भी रिजेक्टेड है। बाय द सेम केस डी ऑप्शन भी रिजेक्टेड है। तो आंसर की आएगा थोड़ा बी ऑप्शन। क्वेश्चन नंबर 126 that is a very important question very conceptual question जिसਨੂੰ NMR ਦੀ ਅੰਡਰਸਟੈਂਡਿੰਗ ਹੈ ਉਹੀ ਕਰ ਸਕਦਾ ਹੈ। ਕਹਿੰਦੇ ਇੱਕ ਆਪਾਂ NMR ਸਪੈਕਟਰਮ ਲਿਖਤਾ ਐਸੀਟੋਨ ਦਾ। ਐਸੀਟੋਨ ਕੀ ਹੈ ਤੁਹਾਡਾ CH3 C ਡਬਲ ਬੌਂਡ O CH3। ਇੱਕ ਲਿਖਤਾ ਹੈ ਆਪਾਂ ਡਾਈਕਲੋਰੋਮੀਥੇਨ that means CH2 Cl2। ਦੋਨਾਂ ਦੀ ਜੋ ਇੰਟੈਂਸਿਟੀ ਹੈ ਉਹ 1:1 ਆ ਰਹੀ ਹੈ। ਦੇਖੋ ਇੰਟੈਂਸਿਟੀ ਆਫ ਸਿਗਨਲ ਕਾਤੇ ਡਿਪੈਂਡ ਕਰਦੀ ਹੈ ਨੰਬਰ ਆਫ ਹਾਈਡਰੋਜਨ ਐਟम्स ਤੇ। नंबर ऑफ हाइड्रोजन एटम्स पे इंटेंसिटी सिग्नल ਦੀ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ ਨੰਬਰ ਆਫ ਇਕੁਇਵਲੈਂਟ ਹਾਈਡਰੋਜਨਸ ਤੇ। ਤਾਂ ਤੁਸੀਂ ਦੇਖ ਸਕਦੇ ਹੋ ਦੋਨਾਂ ਕੇਸਾਂ ਦੇ ਵਿੱਚ ਇੱਕ ਹੀ ਸਿਗਨਲ ਆਏਗਾ ਬਿਕੋਜ਼ ਜਿੰਨੇ ਵੀ ਹਾਈਡਰੋਜਨ ਪ੍ਰੈਜ਼ੈਂਟ ਨੇ ਸਾਰੇ ਇਕੁਇਵਲੈਂਟ ਨੇ। ਬਟ ਕਿਉਂਕਿ ਹੁਣ ਇੱਥੇ ਦੇਖੋ ਇੰਟੈਂਸਿਟੀ ਸੇਮ ਹੈ that means number of hydrogen atoms ਕੀ ਹੋਣਗੇ should be same ਹੋਣੇ ਚਾਹੀਦੇ ਨੇ ਦੋਨੋਂ ਕੰਪਾਊਂਡਸ ਦੇ ਵਿੱਚ। ਤਾਂ ਹੁਣ ਤੁਹਾਨੂੰ ਕੁਐਸਚਨ ਪੁੱਛ ਰਹੇ ਨੇ ਕਿ ਆਪਾਂ ਕਿੰਨੇ ਰੇਸ਼ੋ ਲਈਏ ਮੋਲਰ ਰੇਸ਼ੋ ਕਿੰਨੀ ਲਈਏ ਐਸੀਟੋਨ ਤੇ ਡਾਈਕਲੋਰੋਮੀਥੇਨ ਦੀ so that ਕਿ ਆਪਾਂ ਨੂੰ ਇਹਨਾਂ ਦੀ ਇੰਟੈਂਸਿਟੀ 1:1 ਦੇਖੋ ਪਹਿਲੇ ਕੇਸ ਚ ਕਿੰਨੇ ਤੁਹਾਡੇ ਕੋਲ ਹਾਈਡਰੋਜਨ ਨੇ 6 ਹਾਈਡਰੋਜਨ ਨੇ ਡਾਈਕਲੋਰੋਮੀਥੇਨ ਚ ਕਿੰਨੇ ਨੇ 2। ਤਾਂ ਆਪਾਂ ਕਿਸ ਤਰ੍ਹਾਂ ਇਹਨਾਂ ਦੀ ਮੋਲਰ ਰੇਸ਼ੋ ਲਈਏ ਕਿ ਦੋਨਾਂ ਚ ਸੇਮ ਨੰਬਰ ਆਫ ਹਾਈਡਰੋਜਨ ਐਟਮਸ ਪ੍ਰੈਜ਼ੈਂਟ ਹੋ। ਤਾਂ ਆਪਾਂ ਇਹਨਾਂ ਦੀ ਇੰਟੈਂਸਿਟੀ ਕਿੰਨੀ ਲੈ ਸਕਦੇ ਹਾਂ 1:3 ਬਿਕੋਜ਼ ਅਗਰ ਆਪਾਂ ਐਸੀਟੋਨ ਦਾ 1 ਮੋਲ ਲੈ ਲਈਏ ਐਂਡ ਡਾਈਕਲੋਰੋਮੀਥੇਨ ਦੇ 3 ਮੋਲ ਲੈ ਲਈਏ ਤਾਂ 1 ਮੋਲ ਦੇ ਵਿੱਚ 2 ਹਾਈਡਰੋਜਨ ਪ੍ਰੈਜ਼ੈਂਟ ਨੇ ਤਾਂ 3 ਮੋਲਸ ਦੇ ਵਿੱਚ 6 ਹਾਈਡਰੋਜਨ ਹੋ ਜਾਣਗੇ। ਤਾਂ ਅਗਰ ਤੁਹਾਡੇ ਹਾਈਡਰੋਜਨ ਐਟਮ ਸੇਮ ਹੋ ਗਏ ਤਾਂ ਦੋਨਾਂ ਦੀ ਜੋ ਇੰਟੈਂਸਿਟੀ ਹੈ NMR ਦੀ ਉਹ ਸੇਮ ਆਏਗੀ 1:1 ਆਏਗੀ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ बी ऑप्शन। तो देखो जिसमें चीज पता सी कि इंटेंसिटी किस चीज से डिपेंड करती है ऑन द नंबर ऑफ हाइड्रोजन एटम। तो थोड़े हाइड्रोजन एटम शुड बी द सेम। तो हाइड्रोजन एटम सेम कदों होंगे ਜਦੋਂ they are present in the 1:3 रेशो ਦੇ ਵਿੱਚ ਮੋਲਰ ਰੇਸ਼ੋ ਚ ਪ੍ਰੈਜ਼ੈਂਟ ਹੋਣਗੇ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। क्वेश्चन नंबर 127 1,4 ਡਰਾਈ ਬ੍ਰੋਮੋਬਿਊਟੇਨ। ਤਾਂ ਦੇਖੋ ਆਪਾਂ ਸਟਰਕਚਰ ਡਰਾ ਕਰਦੇ ਹਾਂ। ਤਾਂ ਦੇਖੋ that is your 1,4 ਡਾਈਬ੍ਰੋਮੋਬਿਊਟੇਨ ਹੈ ਉਸਦੀ ਰਿਐਕਸ਼ਨ ਤੁਸੀਂ ਕਾਦੇ ਨਾਲ ਕਰ ਰਹੇ ਹੋ ਸਲਫਾਈਡ ਆਇਨ ਦੇ ਨਾਲ ਕਰ ਰਹੇ ਹੋ ਇਨ ਐਕੁਅਸ ਇਥੇਨੋਲ। ਕਹਿੰਦੇ ਪ੍ਰੋਡਕਟ ਕੀ ਬਣੇਗਾ ਤਾਂ ਤੁਸੀਂ ਧਿਆਨ ਨਾਲ ਸਮਝੋ ਇਹਦੇ ਵਿੱਚ ਕੀ ਹੈ ਕਿ ਜਦੋਂ ਵੀ ਤੁਸੀਂ ਦੇਖੋ ਬ੍ਰੋਮਾਈਡ ਇੱਕ ਅੱਛਾ ਲਿਵਿੰਗ ਗਰੁੱਪ ਹੈ ਸਿਸਟਮ ਚੋਂ ਬਾਹਰ ਨਿਕਲੇਗਾ ਇਸ ਕਾਰਬਨ ਦੇ ਉੱਪਰ ਚਾਰਜ ਕੀ ਆਏਗਾ ਪੋਜ਼ਿਟਿਵ ਚਾਰਜ। ਤਾਂ ਜਿੱਦਾਂ ਹੀ ਇਸ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆਇਆ ਸਲਫਾਈਡ ਨੇ ਇਸ ਤੇ ਅਟੈਕ ਕਰ ਦੇਣਾ ਹੈ। ਪਰ ਦੇਖੋ ਸਲਫਾਈਡ ਦੇ ਉੱਪਰ ਚਾਰਜ ਕਿੰਨਾ ਹੈ 2 ਨੈਗੇਟਿਵ। ਤਾਂ ਜਦੋਂ ਵੀ ਇੱਥੇ ਸਲਫਾਈਡ ਆ ਕੇ ਅਟੈਚ ਹੋਏਗਾ ਤਾਂ ਉਸ ਉੱਪਰ ਇੱਕ ਨੈਗੇਟਿਵ ਚਾਰਜ ਹਜੇ ਵੀ ਬਚੇਗਾ ਐਂਡ दैट ਨੈਗੇਟਿਵ ਚਾਰਜ ਉਹ ਇਸ ਕਾਰਬਨ ਦੇ ਉੱਪਰ ਅਟੈਕ ਕਰੇਗਾ ਤੇ ਜੋ ਦੂਸਰਾ ਬ੍ਰੋਮਾਈਡ ਹੈ ਉਸ ਨੂੰ ਵੀ ਬਾਹਰ ਨਿਕਾਲ ਦੇਗਾ ਐਂਡ देयर विल बी अ फॉर्मेशन ऑफ योर 5 ਮੈਂਬਰ ਸਾਈਕਲਿਕ ਰਿੰਗ ਦੀ ਫਾਰਮੇਸ਼ਨ ਹੋਏਗੀ। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ डी ऑप्शन बनेगा। दिस इफेक्ट इज नोन एज योर नेबरिंग ग्रुप पार्टिसिपेशन। ਤਾਂ ਇਸ ਨੂੰ ਆਪਾਂ ਨੇਬਰਿੰਗ ਗਰੁੱਪ ਪਾਰਟਿਸਿਪੇਸ਼ਨ ਕਹਿ ਦਿੰਦੇ ਹਾਂ ਕਿ ਜੋ ਤੁਹਾਡੇ ਸਿਸਟਮ ਦੇ ਅੰਦਰ ਹੀ ਇੱਕ ਨਿਊਕਲੀਓਫਾਈਲ ਪ੍ਰੈਜ਼ੈਂਟ ਹੈ ਐਂਡ ਲਿਵਿੰਗ ਗਰੁੱਪ ਵੀ ਸਿਸਟਮ ਦੇ ਅੰਦਰ ਹੀ ਪ੍ਰੈਜ਼ੈਂਟ ਹੈ। ਤਾਂ ਜੋ ਸਿਸਟਮ ਦੇ ਅੰਦਰ ਨਿਊਕਲੀਓਫਾਈਲ ਪ੍ਰੈਜ਼ੈਂਟ ਸੀ ਉਸਨੇ ਤੁਹਾਡੇ ਲਿਵਿੰਗ ਗਰੁੱਪ ਤੇ ਅਟੈਕ ਲਿਵਿੰਗ ਗਰੁੱਪ ਨੂੰ ਬਾਹਰ ਨਿਕਾਲ ਦਿੱਤਾ ਐਂਡ ਜੋ ਤੁਹਾਡਾ ਇਲੈਕਟ੍ਰੋਫਿਲਿਕ ਸੈਂਟਰ ਬਣਿਆ ਉਸ ਤੇ ਅਟੈਕ ਕਰਕੇ देयर विल बी अ फॉर्मेशन ऑफ योर साइक्लिक रिंग प्रोडक्ट। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ डी ऑप्शन ਦੀ ਫਾਰਮੇਸ਼ਨ ਹੋਏਗੀ। क्वेश्चन नंबर 128 the major product in the following reaction are so this is your benzene mechanism। देखो जो ये reaction है वो benzene mechanism ਦੇ base ਤੇ ਹੁੰਦੀ ਹੈ। ਇਸ ਨੂੰ ਆਪਾਂ elimination addition mechanism ਵੀ ਬੋਲ ਦਿੰਦੇ ਹਾਂ। elimination addition mechanism ਕਿਉਂ ਕਿਉਂਕਿ ਇਸ ਦੇ ਵਿੱਚ ਜੋ ਪਹਿਲਾ ਆਪਣੇ ਕੋਲ ਸਟੈਪ ਹੁੰਦਾ ਹੈ ਉਹਦੇ ਵਿੱਚ ਆਪਾਂ ਕੀ ਕਰਵਾਉਂਦੇ ਹਾਂ ਐਲੀਮੀਨੇਸ਼ਨ ਕਰਵਾਉਂਦੇ ਹਾਂ। ਆਫਟਰ ਦੈਟ ਆਪਾਂ ਰੀਏਜੈਂਟ ਜੋ ਵੀ ਤੁਹਾਡਾ ਰੀਏਜੈਂਟ ਤੁਸੀਂ ਐਡ ਕਰਵਾਉਂਦੇ ਹੋ ਤਾਂ ਕਰਕੇ ਇਸ ਨੂੰ ਆਪਾਂ ਐਲੀਮੀਨੇਸ਼ਨ ਐਡੀਸ਼ਨ ਮੈਕੈਨਿਜ਼ਮ ਬੋਲਦੇ ਹਾਂ। ਤਾਂ ਜਦੋਂ ਤੁਸੀਂ ਇਸ ਦੇ ਵਿੱਚ ਐਲੀਮੀਨੇਸ਼ਨ ਕਰਵਾਉਂਦੇ ਹੋ देयर विल बी अ फॉर्मेशन ऑफ योर बेंजाइम इंटरमीडिएट ਬਣਦਾ। ਤਾਂ ਤੁਸੀਂ ਧਿਆਨ ਰੱਖੋ ਦੇਖੋ ਇੱਥੇ ਕੀ ਹੈ NH2 ਨੈਗੇਟਿਵ ਅਮਾਈਡ ਹੈ that is your base। ਤਾਂ ਬੇਸ ਦਾ ਕੰਮ ਕੀ ਹੁੰਦਾ ਹੈ ਐਸਿਡਿਕ H ਨੂੰ ਅਬਸਟ੍ਰੈਕਟ ਕਰਨਾ। ਤਾਂ ਇੱਥੋਂ ਇਸ H ਨੂੰ ਲੈ ਜਾਏਗਾ ਆਹ ਬੋਨ ਇੱਥੇ ਸ਼ਿਫਟ ਕਰੇਗਾ ब्रोमाइड थोड़ा बाहर निकल जाएगा क्योंकि ब्रोमाइड की थोड़ा एक अच्छा लिविंग ग्रुप है। तो जो ही ब्रोमाइड इतने बाहर निकलिया देयर विल बी अ फॉर्मेशन ऑफ योर बेंजाइन इंटरमीडिएट। बेंजाइन मतलब देखो बेंजीन रिंग दे विच एक ट्रिपल बॉन्ड प्रेजेंट है एंड दैट इज क्वाइट
ਰਿਐਕਟਿਵ ਇੰਟਰਮੀਡੀਏਟ ਬਿਕੋਜ਼ ਇੱਥੇ ਕੀ ਹੈ ਤੁਹਾਡਾ ਟ੍ਰਿਪਲ ਬੌਂਡ ਪ੍ਰੈਜ਼ੈਂਟ ਹੋ ਗਿਆ। ਟ੍ਰਿਪਲ ਬੌਂਡ ਪ੍ਰੈਜ਼ੈਂਟ ਹੋਣ ਦੇ ਨਾਲ ਰਿੰਗ ਦੇ ਵਿੱਚ ਕਾਫੀ ਜ਼ਿਆਦਾ ਸਟੇਨ ਆ ਚੁੱਕਿਆ ਹੈ। ਇੱਕ ਚੀਜ਼ ਹੋਰ ਧਿਆਨ ਰੱਖਣਾ, ਜਦੋਂ ਵੀ ਬੈਂਜ਼ਾਈਨ ਮੈਕੈਨਿਜ਼ਮ ਆਉਂਦਾ ਹੈ ਤਾਂ ਉਸ ਦੇ ਉੱਪਰ ਸਿਰਫ ਆਪਾਂ ਇੰਡਕਟਿਵ ਇਫੈਕਟ ਹੀ ਦੇਖਦੇ ਹਾਂ। ਬੈਂਜ਼ਾਈਨ ਇੰਟਰਮੀਡੀਏਟ ਦੇ ਉੱਪਰ ਸਿਰਫ ਇੰਡਕਟਿਵ ਇਫੈਕਟ ਹੀ ਆਪਰੇਟ ਹੁੰਦਾ ਹੈ। ਨਾਓ ਨੈਕਸਟ ਸਟੈਪ ਦੇ ਵਿੱਚ ਦੇਖੋ ਅਮਾਈਡ ਹੈ, NH2 ਨੈਗੇਟਿਵ ਨੇ ਅਟੈਕ ਕਰਨਾ ਹੈ ਤਾਂ ਇਹਦੇ ਕੋਲ ਦੋ ਆਪਸ਼ਨ ਨੇ, ਜਾਂ ਤਾਂ ਇਸ ਕਾਰਬਨ ਦੇ ਉੱਪਰ ਅਟੈਕ ਕਰੇ ਜਾਂ ਇਸ ਕਾਰਬਨ ਦੇ ਉੱਪਰ ਅਟੈਕ ਕਰੇ। ਦੇਖੋ ਨੈਗੇਟਿਵ ਚਾਰਜ ਨੇ ਅਟੈਕ ਕਰਨਾ ਹੈ, ਨੈਗੇਟਿਵ ਚਾਰਜ ਕਿੱਥੇ ਅਟੈਕ ਕਰੇਗੀ, ਪੋਜ਼ਿਟਿਵ ਤੇ, ਤਾਂ ਜਿਸ ਉੱਪਰ ਜ਼ਿਆਦਾ ਪੋਜ਼ਿਟਿਵ ਚਾਰਜ ਹੋਏਗਾ ਉਸ ਉੱਪਰ ਤੁਹਾਡਾ ਜੋ ਅਮਾਈਡ ਹੈ ਉਹ ਅਟੈਕ ਕਰੇਗਾ। ਤਾਂ ਹੁਣੇ ਹੁਣੇ ਮੈਂ ਦੱਸਿਆ ਹੈ ਕਿ ਆਪਾਂ ਬੈਂਜ਼ਾਈਨ ਦੇ ਉੱਪਰ ਕਿਹੜਾ ਇਫੈਕਟ ਦੇਖਦੇ ਹਾਂ, ਇੰਡਕਟਿਵ। ਤਾਂ ਜੋ ਤੁਹਾਡਾ ਮਿਥਾਈਲ ਗਰੁੱਪ ਹੈ that is your electron donating group, ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੋਣ ਕਰਕੇ ਉਹ ਇੱਥੇ ਕੀ ਕਰੇਗਾ, ਇਲੈਕਟ੍ਰੋਨ ਨੂੰ ਡੋਨੇਟ ਕਰੇਗਾ। ਉਹ ਕੀ ਕਰੇਗਾ, ਇੱਥੇ ਇਲੈਕਟ੍ਰੋਨ ਨੂੰ ਡੋਨੇਟ ਕਰੇਗਾ। that means ਕਿ ਅਗਰ ਤੁਸੀਂ ਮੰਨ ਲਓ ਇਸ ਨੂੰ ਤੋੜ ਕੇ ਦੇਖੋ, ਦੋ ਹਿੱਸਿਆਂ 'ਚ ਆਪਾਂ ਤੋੜ ਕੇ ਦੇਖਦੇ ਹਾਂ which one is more stable। ਮੰਨ ਲਓ ਇੱਥੇ ਪੋਜ਼ਿਟਿਵ ਚਾਰਜ, ਇੱਥੇ ਨੈਗੇਟਿਵ, ਇੱਕ ਤਾਂ ਆਪਾਂ ਆਹ ਤੋੜ ਕੇ ਬਣਾਇਆ ਹੈ, ਜਸਟ ਰਫਲੀ ਆਈਡੀਆ ਲੈਣ ਲਈ ਦੇਖ ਰਹੇ ਹਾਂ ਆਪਾਂ ਕਿ ਆਪਾਂ ਇਹਨੂੰ ਕਿੱਦਾਂ ਦੇਖ ਸਕਦੇ ਹਾਂ ਕਿ ਜਿਹੜਾ ਮੇਜਰ ਪ੍ਰੋਡਕਟ ਹੈ ਉਹ ਕਿੱਦਾਂ ਬਣੇਗਾ। ਜਾਂ ਦੂਸਰੀ ਪੋਸੀਬਿਲਿਟੀ ਇੱਥੇ ਪੋਜ਼ਿਟਿਵ, ਇੱਥੇ ਨੈਗੇਟਿਵ। ਹੁਣ ਤੁਸੀਂ ਦੇਖੋ ਦੋਨਾਂ ਵਿੱਚੋਂ ਜ਼ਿਆਦਾ ਸਟੇਬਲ ਕਿਹੜਾ ਹੈ। ਮੈਂ ਕੀ ਕਿਹਾ ਹੈ, ਆਪਾਂ ਸਿਰਫ ਇੰਡਕਟਿਵ ਇਫੈਕਟ ਦੇਖਣਾ ਹੈ। ਤਾਂ ਮਿਥਾਈਲ ਹੈ, ਇਲੈਕਟ੍ਰੋਨ ਡੋਨੇਟ ਕਰੇਗਾ, ਤਾਂ ਇਲੈਕਟ੍ਰੋਨ ਡੋਨੇਟ ਕਰਨ ਦੇ ਨਾਲ ਦੇਖੋ ਪੋਜ਼ਿਟਿਵ ਚਾਰਜ ਹੀ ਹੋ ਰਿਹਾ ਹੈ, ਸਟੇਬਲ ਹੋ ਰਿਹਾ ਹੈ। that means this is stable, that means ਇਹ comparatively ਜ਼ਿਆਦਾ stable ਹੈ। ਬਟ ਇੱਥੇ ਦੇਖੋ, ਇੱਥੇ ਮਿਥਾਈਲ ਕੀ ਕਰ ਰਿਹਾ ਹੈ, ਇਲੈਕਟ੍ਰੋਨ ਨੂੰ ਡੋਨੇਟ ਕਰ ਰਿਹਾ ਹੈ, ਤਾਂ ਇੱਥੇ ਨੈਗੇਟਿਵ ਚਾਰਜ ਦੀ ਇੰਟੈਂਸਿਟੀ ਵੱਧ ਜਾਏਗੀ ਤਾਂ ਇਸ ਨੂੰ ਕੀ ਕਰ ਦੇਗਾ, ਅਨਸਟੇਬਲ ਕਰ ਦੇਗਾ। ਤਾਂ ਅਗਰ ਅਨਸਟੇਬਲ ਹੈ ਤਾਂ ਇਹ ਫਾਰਮ ਨਹੀਂ ਹੋਏਗਾ, ਤਾਂ ਜੋ ਵੀ ਪ੍ਰੋਡਕਟ ਬਣੇਗਾ ਉਹ ਇੱਥੋਂ ਬਣੇਗਾ। ਹੁਣ ਤੁਸੀਂ ਦੇਖੋ ਇੱਥੇ ਇਸ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਰਿਹਾ ਹੈ, that means ਜੋ ਤੁਹਾਡਾ NH2 ਨੈਗੇਟਿਵ ਗਰੁੱਪ ਹੈ ਉਹ ਕਿਸ ਪੋਜੀਸ਼ਨ ਤੇ ਅਟੈਕ ਕਰੇਗਾ, ਤੁਹਾਡਾ ਮੈਟਾ ਪੋਜੀਸ਼ਨ ਤੇ ਅਟੈਕ ਕਰੇਗਾ। ਤੇ ਇੱਥੇ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹ ਮੈਟਾ ਵਾਲਾ ਪ੍ਰੋਡਕਟ ਬਣੇਗਾ ਮੇਜਰ, that means your B ਆਪਸ਼ਨ। ਧਿਆਨ ਰੱਖਣਾ, ਜਦੋਂ ਬੈਂਜ਼ਾਈਨ ਮੈਕੈਨਿਜ਼ਮ ਹੁੰਦਾ ਹੈ ਉੱਥੇ ਆਪਾਂ ਇੰਡਕਟਿਵ ਇਫੈਕਟ ਆਪਰੇਟ ਕਰਦੇ ਹਾਂ। ਤਾਂ ਜਦੋਂ ਇੰਡਕਟਿਵ ਇਫੈਕਟ ਦੇਖਣਾ ਹੈ ਤਾਂ ਤੁਸੀਂ ਦੋਨੋਂ ਪੋਸੀਬਿਲਿਟੀ ਡਰਾ ਕਰਕੇ ਦੇਖ ਲਓ, ਫਿਰ ਤੁਸੀਂ ਦੇਖੋ ਕਿ ਕਿਹੜਾ ਗਰੁੱਪ ਉਸ ਨੂੰ ਸਟੇਬਲ ਕਰ ਰਿਹਾ ਹੈ। ਤਾਂ ਕਿਉਂਕਿ ਮਿਥਾਈਲ ਇਲੈਕਟ੍ਰੋਨ ਡੋਨੇਟਿੰਗ ਹੈ ਤਾਂ ਉਹ ਤੁਹਾਡੇ ਪੋਜ਼ਿਟਿਵ ਚਾਰਜ ਨੂੰ ਸਟੇਬਲ ਕਰ ਰਿਹਾ ਹੈ ਇੱਥੇ, ਤਾਂ ਕਰਕੇ ਆਹ ਵਾਲਾ ਜੋ ਇੰਟਰਮੀਡੀਏਟ ਬਣੇਗਾ, ਠੀਕ ਹੈ, ਜਸਟ ਫॉर द sake of our imagination ਉਹ ਕੀ ਹੋਏਗਾ, ਤੁਹਾਡਾ ਸਟੇਬਲ ਹੋਏਗਾ। ਐਂਡ ਅਗਰ ਆਪਾਂ ਟ੍ਰਿਪਲ ਬੌਂਡ ਨੂੰ ਏਦਾਂ ਤੋੜਦੇ ਹਾਂ ਤਾਂ ਉਹ ਅਨਸਟੇਬਲ ਹੋਏਗਾ। ਤਾਂ ਅਨਸਟੇਬਲ ਹੈ ਤਾਂ ਮਤਲਬ ਫਾਰਮ ਨਹੀਂ ਕਰੇਗਾ। ਤਾਂ ਆਪਾਂ ਸਟੇਬਲ ਫਾਰਮ ਕਰਨ ਦੇ ਚੱਕਰ ਦੇ ਵਿੱਚ NH2 ਜੋ ਨੈਗੇਟਿਵ ਹੈ ਉਹ ਤੁਹਾਡਾ ਮੈਟਾ ਪੋਜੀਸ਼ਨ ਤੇ ਅਟੈਕ ਕਰੇਗਾ। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ, B ਆਪਸ਼ਨ। Question number 129, ethylene glycol on heating with your periodic acid। periodic acid ਕੀ ਹੁੰਦਾ ਹੈ ਤੁਹਾਡਾ HiO4, ਜਿਸ ਨੂੰ ਆਪਾਂ ਮਾਲ ਪ੍ਰਾਡਿਸ reagent ਵੀ ਬੋਲ ਦਿੰਦੇ ਹਾਂ, that is also known as your ਮਾਲ ਪ੍ਰਾਡਿਸ reagent। ਤਾਂ ਦੇਖੋ ਇਹਦੇ ਵਿੱਚ ਹੁੰਦਾ ਕੀ ਹੈ, ਮਾਲ ਪ੍ਰਾਡਿਸ reagent ਦੇ ਵਿੱਚ ਧਿਆਨ ਨਾਲ ਦੱਸਦਾ ਹਾਂ। ਇਹਦੇ ਵਿੱਚ ਦੇਖੋ ਕਰਨਾ ਕੀ ਹੈ, ਤੁਹਾਡੇ ਕੋਲ ਤਿੰਨ ਤੇ ਐਪਲੀਕੇਬਲ ਹੁੰਦਾ ਹੈ, ਜਾਂ ਤਾਂ adjacent position ਤੇ ਦੋ ਕਾਰਬੋਨਿਲ ਗਰੁੱਪ ਹੋਣ, ਜਾਂ adjacent position ਤੇ ਇੱਕ ਕਾਰਬੋਨਿਲ ਤੇ ਇੱਕ OH ਗਰੁੱਪ ਹੋਵੇ, ਜਾਂ adjacent position ਤੇ ਦੋ OH ਗਰੁੱਪ ਹੋਣ। ਤਾਂ ਕਰਨਾ ਕੁਛ ਨਹੀਂ ਹੈ, ਤੁਸੀਂ ਕਾਰਬਨ ਕਾਰਬਨ ਦਾ ਬੌਂਡ ਕਲੀਵ ਕਰਕੇ ਦੋਨੋਂ ਜਗ੍ਹਾ OH OH ਗਰੁੱਪ ਕੀ ਕਰਨਾ ਹੈ, ਐਡ ਕਰਵਾ ਦੇਣਾ ਹੈ। ਕਾਰਬਨ ਕਾਰਬਨ ਦਾ ਬੌਂਡ ਤੋੜ ਕੇ ਦੋਨੋਂ ਜਗ੍ਹਾ ਕੀ ਪ੍ਰੋਵਾਈਡ ਕਰਵਾ ਦੇਣਾ ਹੈ, OH OH ਗਰੁੱਪ ਨੂੰ ਐਡ ਕਰਵਾ ਦੇਣਾ ਹੈ। ਦੇਖੋ ਇਥਾਈਲਿਨ ਗਲਾਈਕੋਲ ਹੈ, that means ਇੱਥੇ ਕੀ ਹੈ ਤੁਹਾਡਾ CH2OH CH2OH। ਤਾਂ ਜਦੋਂ ਹੀ ਇਸ ਬੌਂਡ ਨੂੰ ਤੋੜਿਆ ਤੁਹਾਡੇ ਕੋਲ ਇੱਥੇ ਕੀ ਬਣ ਗਿਆ, ਤੁਹਾਡੇ ਕੋਲ ਬਣ ਗਿਆ CH2OH ਤੇ ਦੋ OH ਲੱਗ ਗਏ। ਹਰ ਇੱਕ ਕਾਰਬਨ ਦੇ ਉੱਪਰ ਕਿੰਨੇ OH ਆ ਗਏ ਤੁਹਾਡੇ, ਦੋ OH ਆ ਗਏ ਜਦੋਂ ਤੁਸੀਂ ਕਾਰਬਨ ਕਾਰਬਨ ਦਾ ਬੌਂਡ ਕਲੀਵ ਕੀਤਾ। ਇੱਕ ਕਾਰਬਨ ਦੇ ਉੱਪਰ ਕਦੇ ਵੀ ਦੋ OH ਨਹੀਂ ਰਹਿੰਦੇ, ਇਹ ਇਮੀਡੀਏਟਲੀ ਵਾਟਰ ਨੂੰ ਬਾਹਰ ਨਿਕਾਲ ਦੇਣਗੇ। there will be a formation of your CH2 double bond O, that means your there will be a formation of your formaldehyde। ਤਾਂ ਇੱਥੇ ਤੁਹਾਡੇ ਕੋਲ formaldehyde ਦੀ ਫਾਰਮੇਸ਼ਨ ਹੋਏਗੀ, ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ, C ਆਪਸ਼ਨ ਆਏਗਾ। ਤੇ ਆਨਸਰ ਕੀ ਆਏਗਾ ਤੁਹਾਡਾ, C ਆਪਸ਼ਨ। ਧਿਆਨ ਰੱਖਣਾ, that is your malpractice reagent। ਤਿੰਨ ਕੇਸਾਂ ਦੇ ਵਿੱਚ ਇਹ ਆਪਰੇਟ ਹੁੰਦਾ ਹੈ। ਬਹੁਤ ਵਾਰੀ ਇਹ ਕੁਐਸਚਨ ਤੁਹਾਡਾ ਪੁੱਛਿਆ ਜਾ ਚੁੱਕਿਆ ਹੈ, ਗਲੂਕੋਜ਼ ਦੇ ਕੇਸ ਦੇ ਵਿੱਚ, ਫਰਕਟੋਜ਼ ਦੇ ਕੇਸ ਦੇ ਵਿੱਚ। ਜਦੋਂ ਆਪਾਂ ਮਾਲਪ੍ਰਾਡਿਸ ਰੀਜਨ ਲੈਂਦੇ ਹਾਂ ਤਾਂ ਉਹ ਕਿੱਦਾਂ ਕਿਸ ਸਿਸਟਮ ਨੂੰ ਬ੍ਰੇਕ ਕਰਦਾ ਹੈ। ਤਾਂ ਇੱਥੇ ਜਦੋਂ ਵੀ ਤੁਸੀਂ ਇਸ ਨੂੰ ਯੂਜ਼ ਕਰੋਗੇ ਇਥਾਈਲਿਨ ਗਲਾਈਕੋਲ ਦੇ ਲਈ, there will be a formation of your 2 moles of formaldehyde। ਇੱਕ ਉੱਪਰੋਂ ਬਣੇਗਾ, ਇੱਕ ਇਸ ਕਾਰਬਨ ਤੋਂ ਬਣੇਗਾ। there will be a formation of 2 moles of formaldehyde। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ, C ਆਪਸ਼ਨ। Question number 130, the most stable reagent for the conversion of primary alcohol to aldehyde with the same number of carbon atom।
ਤਾਂ ਦੇਖੋ ਜਦੋਂ ਅਲਕੋਹਲ ਨੂੰ ਆਪਾਂ ਐਲਡੀਹਾਈਡ ਚ ਕਨਵਰਟ ਕਰਨਾ ਹੁੰਦਾ ਹੈ ਤਾਂ ਆਪਾਂ ਉੱਥੇ ਮਾਈਲਡ ਆਕਸੀਡਾਈਜ਼ਿੰਗ ਏਜੰਟ ਲੈਂਦੇ ਹਾਂ। ਅਗਰ ਆਪਾਂ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਲੈ ਲਈਏ ਤਾਂ ਉਹ ਤੁਹਾਡੇ ਐਲਡੀਹਾਈਡ ਨੂੰ ਫਰਦਰ ਕਨਵਰਟ ਕਰ ਦਿੰਦੇ ਨੇ ਤੁਹਾਡੇ ਕਾਰਬੋਕਸਿਲਿਕ ਐਸਿਡ ਦੇ ਵਿੱਚ। ਤਾਂ ਇਸ ਮਾਈਲਡ ਆਕਸੀਡਾਈਜ਼ਿੰਗ ਏਜੰਟ ਲਈ ਜਾਂ ਤਾਂ ਆਪਾਂ ਪੀਸੀਸੀ ਪ੍ਰੀਡੀਨੀਅਮ ਕਲੋਰੋਕ੍ਰੋਮੇਟ ਜਾਂ ਆਪਾਂ ਪੀਡੀਸੀ ਪ੍ਰੀਡੀਨੀਅਮ ਡਾਈਕ੍ਰੋਮੇਟ ਨੂੰ ਯੂਜ਼ ਕਰਦੇ ਹਾਂ। ਤੇ ਇੱਥੇ ਆਨਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ ਆਏਗਾ। ਬਾਕੀ ਜੋ ਵੀ ਗਿਵਨ ਆਪਸ਼ਨਸ ਨੇ ਇਹ ਸਾਰੇ ਦੇ ਸਾਰੇ ਤੁਹਾਡੇ ਗਿਵਨ ਪ੍ਰਾਇਮਰੀ ਅਲਕੋਹਲ ਨੂੰ ਕੋਰਸਪੋਂਡਿੰਗ ਐਸਿਡ ਦੇ ਵਿੱਚ ਕਨਵਰਟ ਕਰ ਦਿੰਦੇ ਨੇ ਬਿਕੋਜ਼ ਦੇ ਆਰ ਯੂਅਰ ਸਟਰੋਂਗ ਆਕਸੀਡਾਈਜ਼ਿੰਗ ਏਜੰਟ। ਸਿਰਫ ਜਨਰਲੀ ਆਪਾਂ ਜਦੋਂ ਅਲਕੋਹਲ ਤੋਂ ਐਲਡੀਹਾਈਡ ਤੱਕ ਰਿਐਕਸ਼ਨ ਨੂੰ ਸਟਾਪ ਕਰਨਾ ਹੈ ਤਾਂ ਆਪਾਂ ਦੋ ਹੀ ਰੀਏਜੈਂਟ ਮੇਨਲੀ ਯੂਜ਼ ਕਰਦੇ ਹਾਂ, ਪੀਸੀਸੀ ਪ੍ਰੀਡੀਨੀਅਮ ਕਲੋਰੋਕ੍ਰੋਮੇਟ ਜਾਂ ਪ੍ਰੀਡੀਨੀਅਮ ਡਾਈਕ੍ਰੋਮੇਟ ਪੀਡੀਸੀ। ਸੋ ਇਹਦਾ ਆਨਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ ਆਏਗਾ। क्वेश्चन नंबर 131 दैट इज अगेन अ वेरी इंपॉर्टेंट क्वेश्चन, बहुत सारे प्रीवियस क्वेश्चन पूछे जा चुके ने। कहते बेंजीन आइसोप्रोपाइल बेंजीन है जिसनु ਆਪਾਂ ਕੀ ਬੋਲਦੇ ਹਾਂ ਤੁਹਾਡਾ क्यूमीन बोल ਦਿੰਨੇ ਹਾਂ, that is also known as your क्यूमीन। ਇਸ ਦੀ ਰਿਐਕਸ਼ਨ ਕਰਵਾਈ ਹੈ ਏਰੀਅਲ ਆਕਸੀਡੇਸ਼ਨ। ਧਿਆਨ ਨਾਲ ਮੈਂ ਟ੍ਰਿਕ ਦੱਸਦਾ ਹਾਂ, ਮੈਕੈਨਿਜ਼ਮ ਦੇ ਵਿੱਚ ਨਹੀਂ ਜਾਵਾਂਗੇ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਵੀ ਤੁਹਾਡਾ ਬੈਂਜ਼ੀਨ ਦੇ ਨਾਲ ਗਰੁੱਪ ਅਟੈਚ ਹੈ ਉਹਦੇ ਕੋਲ ਅਲਫਾ ਪੋਜੀਸ਼ਨ ਤੇ ਐਟਲੀਸਟ ਇੱਕ ਹਾਈਡਰੋਜਨ ਦਾ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ। ਤਾਂ ਜਦੋਂ ਉਸਦੀ ਏਰੀਅਲ ਆਕਸੀਡੇਸ਼ਨ ਕਰਵਾਉਂਦੇ ਹੋ ਤਾਂ ਉੱਥੇ ਪ੍ਰੋਡਕਟ ਕੀ ਬਣਦਾ ਹੈ, ਧਿਆਨ ਰੱਖਣਾ ਕਿ ਜੋ ਵੀ ਤੁਹਾਡੀ ਬੈਂਜ਼ੀਨ ਹੈ ਉਹ ਤੁਹਾਡੇ ਬੈਂਜ਼ਾਈਲ ਅਲਕੋਹਲ ਵਿੱਚ ਬੈਂਜ਼ਾਈਲ ਅਲਕੋਹਲ ਨਹੀਂ ਫਿਨੋਲ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਐਂਡ ਜਿਸ ਕਾਰਬਨ ਦੇ ਨਾਲ ਤੁਹਾਡੀ ਬੈਂਜ਼ੀਨ ਦੇ ਨਾਲ ਉਹ ਅਟੈਚ ਹੁੰਦਾ ਹੈ ਉਸ ਦੇ ਉੱਪਰ ਕੀ ਆ ਜਾਂਦਾ ਹੈ ਤੁਹਾਡਾ ਡਬਲ ਬੌਂਡ, ਉਹ ਤੁਹਾਡਾ ਕੀਟੋਨ ਗਰੁੱਪ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ ਆਏਗਾ। ਫॉर द मोर conceptual clarity क्वेश्चन ਹੋਰ ਕਰਦੇ ਹਾਂ ਆਪਾਂ। ਮੰਨ ਲਓ ਤੁਹਾਡੇ ਕੋਲ ਕੀ ਹੈ ਇਦਾਂ ਦਾ ਕੁਐਸਚਨ ਹੈ ਤਾਂ ਇੱਥੇ ਦੇਖੋ ਅਗਰ ਤੁਸੀਂ ਇਸ ਦੀ ਏਰੀਅਲ ਆਕਸੀਡੇਸ਼ਨ ਕਰਵਾਉਂਦੇ ਹੋ ਤਾਂ ਇੱਥੇ ਪ੍ਰੋਡਕਟ ਕੀ ਬਣੇਗਾ ਕਿ ਦੇਖੋ ਆਹ ਵਾਲਾ ਜੋ ਗਰੁੱਪ ਹੈ ਕਾਦੇ ਵਿੱਚ ਕਨਵਰਟ ਹੋਏਗਾ ਤੁਹਾਡੇ ਫਿਨੋਲ ਦੇ ਵਿੱਚ ਕਨਵਰਟ ਹੋਏਗਾ। ਐਂਡ ਜੋ ਉੱਪਰ ਵਾਲਾ ਗਰੁੱਪ ਹੈ ਜਿਸ ਕਾਰਬਨ ਦੇ ਨਾਲ ਅਟੈਚ ਹੈ ਉੱਥੇ ਕੀ ਬਣ ਜਾਏਗਾ ਤੁਹਾਡਾ ਡਬਲ ਬੌਂਡ ਆਕਸੀਜਨ। ਉੱਥੇ ਕੀ ਬਣ ਜਾਏਗਾ ਡਬਲ ਬੌਂਡ ਆਕਸੀਜਨ। ਤਾਂ ਇੱਥੇ ਇਹ ਪ੍ਰੋਡਕਟ ਬਣਨਗੇ। ਮੈਕੈਨਿਜ਼ਮ ਦੇ ਵਿੱਚ ਆਪਾਂ ਨਹੀਂ ਜਾਵਾਂਗੇ, ਠੀਕ ਹੈ। ਤਾਂ ਤੁਸੀਂ ਇੱਥੇ ਪ੍ਰੋਡਕਟ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਮੈਕੈਨਿਜ਼ਮ ਆਪਾਂ ਆਰਗੈਨਿਕ ਦੀ ਕਲਾਸ ਦੇ ਵਿੱਚ ਬੜਾ ਹੀ ਡੀਪਲੀ ਇਹਨੂੰ ਅੰਡਰਸਟੈਂਡ ਕੀਤਾ ਹੋਇਆ ਹੈ। ਇੱਥੇ ਆਨਸਰ ਕੀ ਬਣੇਗਾ ਤੁਹਾਡਾ ਡੀ ਆਪਸ਼ਨ ਆਏਗਾ। क्वेश्चन नंबर 132 देखो 132 ਦੇ ਵਿੱਚ ਕੀ ਹੈ ਤੁਹਾਡਾ BH2 in the presence of NaOH ਹੈ, that is your hydroboration oxidation reaction, that is your hydroboration oxidation reaction। ਇਹਦੇ ਵਿੱਚ ਦੇਖੋ ਕੀ ਹੁੰਦਾ ਹੈ ਤੁਹਾਡਾ ਐਂਟੀ ਮਾਰਕੋਨਿਕ ਆਫ ਰੂਲ ਲੱਗਦਾ ਹੈ। ਐਂਟੀ ਮਾਰਕੋਨਿਕ ਆਫ ਰੂਲ ਲੱਗਦਾ ਹੈ ਤੁਸੀਂ ਇੱਥੇ H ਤੇ OH ਦਾ ਐਡੀਸ਼ਨ ਕਰਵਾਉਣਾ ਹੁੰਦਾ ਹੈ ਜੋ ਕਿ ਤੁਹਾਡੇ ਸਿਨ ਐਡੀਸ਼ਨ ਹੁੰਦੇ ਨੇ, ਦੋਨੋਂ ਸੇਮ ਸਾਈਡ ਤੋਂ ਐਡ ਹੁੰਦੇ ਨੇ। ਅਕੋਰਡਿੰਗ ਟੂ ਦ ਐਂਟੀ ਮਾਰਕੋਨਿਕ ਆਫ ਰੂਲ ਤੁਸੀਂ ਪ੍ਰੋਡਕਟ ਦੀ ਫਾਰਮੇਸ਼ਨ ਕਰਨੀ ਹੈ। ਐਂਟੀ ਮਾਰਕੋਨਿਕ ਆਫ ਰੂਲ ਕੀ ਕਹਿੰਦਾ ਹੈ ਕਿ ਜੋ ਵੀ ਤੁਹਾਡੇ ਗਰੁੱਪਸ ਐਡ ਹੋ ਰਹੇ ਨੇ ਉਸਦਾ ਜੋ ਪੋਜ਼ਿਟਿਵ ਪਾਰਟ ਹੈ ਉਹ ਉਸ ਡਬਲ ਬੌਂਡਡ ਕਾਰਬਨ ਦੇ ਨਾਲ ਅਟੈਚ ਹੋਏਗਾ ਜਿੱਥੇ ਲੈਸ ਨੰਬਰ ਆਫ ਹਾਈਡਰੋਜਨ ਐਟਮ ਪ੍ਰੈਜ਼ੈਂਟ ਹੈ। ਦੇਖੋ ਆ ਡਬਲ ਬੌਂਡਡ ਕਾਰਬਨ ਨੇ, ਜਿਸ ਦੇ ਕੋਲ ਘੱਟ ਹਾਈਡਰੋਜਨ ਨੇ ਉੱਥੇ ਤੁਹਾਡਾ ਪੋਜ਼ਿਟਿਵ ਪਾਰਟ ਜਾਏਗਾ, ਦੈਟ ਮੀਨਸ ਇੱਥੇ H ਆਏਗਾ। ਐਂਡ ਜੋ ਨੈਗੇਟਿਵ ਪਾਰਟ ਹੈ ਉੱਥੇ ਜਾਏਗਾ ਜਿੱਥੇ ਮੋਰ ਨੰਬਰ ਆਫ ਹਾਈਡਰੋਜਨਸ ਨੇ। ਇੱਥੇ ਦੇਖੋ ਪ੍ਰੋਡਕਟ ਕੀ ਬਣੇਗਾ ਤੁਹਾਡਾ CH3 CH2 CH2OH। so there will be a formation of your primary alcohol। ਇੱਥੇ ਆਨਸਰ ਕੀ ਬਣੇਗਾ ਤੁਹਾਡਾ A option, that is your hydroboration oxidation reaction for the formation of your primary alcohol। ਧਿਆਨ ਰੱਖਣਾ ਇੱਥੇ ਕਿਸੇ ਵੀ ਤਰ੍ਹਾਂ ਦਾ ਕਾਰਬੋਕੇਟਾਇਨ ਨਹੀਂ ਬਣਦਾ, ਕਿਸੇ ਵੀ ਤਰ੍ਹਾਂ ਦੀ ਰੀਅਰੇਂਜਮੈਂਟ ਨਹੀਂ ਹੁੰਦੀ। ਇਹ ਪੁਆਇੰਟ ਖਾਸ ਧਿਆਨ ਦੇ ਵਿੱਚ ਰੱਖਣਾ ਹੈ। ਐਂਟੀ ਮਾਰਕੋਨਿਕ ਆਫ ਰੂਲ ਲੱਗਦਾ ਹੈ, H ਤੇ OH ਤੁਹਾਡੇ ਸਿਨ ਐਡੀਸ਼ਨ ਦੇ ਨਾਲ ਕੀ ਕਰਦੇ ਨੇ ਐਡ ਹੁੰਦੇ ਨੇ। ਇਹ ਪੁਆਇੰਟ ਨੂੰ ਉੱਥੇ ਤੁਸੀਂ ਖਾਸ ਧਿਆਨ ਦੇ ਵਿੱਚ ਰੱਖਣਾ ਹੈ। क्वेश्चन नंबर 133 which product will be obtained by Grignard reagent। Grignard reagent ਕੀ ਹੁੰਦਾ ਹੈ ਤੁਹਾਡਾ RMgX, ਜਿਹਦੇ ਵਿੱਚ R ਦੇ ਉੱਪਰ ਨੈਗੇਟਿਵ ਚਾਰਜ ਹੁੰਦਾ ਹੈ, MgX ਉੱਪਰ ਪੋਜ਼ਿਟਿਵ ਚਾਰਜ ਹੁੰਦਾ ਹੈ। ਜਦੋਂ ਕਹਿੰਦੇ ਤੁਹਾਡਾ ਫਾਰਮੈਲਡੀਹਾਈਡ ਰਿਐਕਟ ਕਰਦਾ ਹੈ ਵਿਦ ਯੂਅਰ ਇਥਾਈਲ ਮੈਗਨੀਸ਼ੀਅਮ ਬ੍ਰੋਮਾਈਡ ਅੰਡਰ ਹਾਈਡਰਿਕ ਐਸਿਡਿਕ ਹਾਈਡਰੋਲਿਸਿਸ, ਹੈ ਨਾ। ਤਾਂ ਦੇਖੋ ਫਾਰਮੈਲਡੀਹਾਈਡ ਹੈ, ਦਿਸ ਇਜ਼ ਯੂਅਰ ਫਾਰਮੈਲਡੀਹਾਈਡ। ਰਿਐਕਸ਼ਨ ਕੀ ਹੈ ਤੁਹਾਡਾ इथाइल है, इथाइल के ऊपर चार्ज किया आएगा नेगेटिव आएगा। तो इन्हें इससे देखो अटैक करना है कार्बोनिल कार्बन के रीजन, बिकॉज कार्बोनिल कार्बन की ਹੁੰਦਾ थोड़ा इलेक्ट्रोफिलिक इन नेचर। आ डबल बॉन्ड ਦੇ ਇਲੈਕਟ੍ਰੋਨ ਇਸ ਤਰ੍ਹਾਂ ਸ਼ਿਫਟ ਹੋਣਗੇ ਜਿੱਦਾਂ ਹੀ ਆਕਸੀਜਨ ਤੇ 네ਗੇਟਿਵ ਚਾਰਜ ਆਇਆ ਉਹ ਤੁਹਾਡੇ ਹਾਈਡਰੋਲਿਸਿਸ ਤੋਂ ਐਸਿਡਿਕ ਹਾਈਡਰੋਲਿਸਿਸ ਤੋਂ H ਪੋਜ਼ਿਟਿਵ ਗੇਨ ਕਰ ਲੇਗਾ। ਤਾਂ ਦੇਖੋ ਤੁਹਾਡੇ ਕੋਲ ਪ੍ਰੋਡਕਟ ਕੀ ਬਣੇਗਾ C2H5, ਆਹ ਕਾਰਬਨ ਨਾਲ ਅਟੈਚ ਹੋ ਰਿਹਾ ਹੈ CH2 ਨਾਲ ਕੀ ਲੱਗ ਗਿਆ ਤੁਹਾਡਾ OH। so there will be a formation of your प्रोपेनॉल। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ
ए ऑप्शन। ध्यान रखना जो ग्रिग्नार्ड reagent है आर नेगेटिव that can act as the nucleophile or your base। so depending कि अगर थोड़ा given है थोड़ा given question ਦੇ ਵਿੱਚ ਅਗਰ ਥੋੜਾ ਕੋਈ ਐਸਿਡਿਕ H present ਹੈ ਐਸਿਡਿਕ ਹਾਈਡਰੋਜਨ present ਹੈ ਤਾਂ ਉੱਥੇ ਸਭ ਤੋਂ ਪਹਿਲਾਂ base ਦੀ ਤਰ੍ਹਾਂ act ਕਰੇਗਾ then it will act as the nucleophile। ਕਿਉਂਕਿ ਤੁਹਾਡੇ ਫਾਰਮੈਲਡੀਹਾਈਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਸਿਡਿਕ ਹਾਈਡਰੋਜਨ present ਨਹੀਂ ਸੀ ਤਾਂ ਕਰਕੇ ਜੋ ਥੋੜਾ ਇੱਥੇ ਇਥਾਈਲ ਨਿਊਕਲੀਓਫਾਈਲ ਦੀ ਤਰ੍ਹਾਂ ਐਕਟ ਕਰ ਰਿਹਾ ਹੈ ਕਾਰਬੋਨਿਲ ਕਾਰਬਨ ਤੇ ਅਟੈਕ ਕਰੇਗਾ ਡਬਲ ਬੌਂਡ ਆਕਸੀਜਨ ਦੇ ਇਲੈਕਟ੍ਰੋਨ ਸ਼ਿਫਟ ਕਰਨਗੇ that will gain the hydrogen from your acidic medium and finally there will be a formation of your product propanol। question number 134 ਕਹਿੰਦੇ which of the following react fastest with a mixture of anhydrous zinc chloride and concentrated HCl। ਦੇਖੋ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਲੁਕਾਸ reagent। ਜੋ ਲੁਕਾਸ reagent ਹੁੰਦਾ ਹੈ basically ਆਪਾਂ use ਕਰਦੇ ਹਾਂ to distinguish between your primary secondary and tertiary alcohol। ਤਾਂ ਜਦੋਂ ਵੀ ਤੁਸੀਂ ਲੁਕਾਸ reagent ਨੂੰ ਆਪਣੇ primary secondary and tertiary alcohol ਦੇ ਵਿੱਚ ਡਾਲਦੇ ਹੋ there will be a formation of corresponding alkyl halide ਦੀ formation ਹੁੰਦੀ ਹੈ। ਤਾਂ ਦੇਖੋ ਲੁਕਾਸ reagent ਦੇ ਨਾਲ ਜੋ ਥੋੜਾ tertiary alcohol ਹੁੰਦਾ ਹੈ ਉਹ ਸਭ ਤੋਂ ਜ਼ਿਆਦਾ react ਕਰਦਾ ਹੈ fast react ਕਰਦਾ ਹੈ। ਤਾਂ ਜੋ ਥੋੜਾ tertiary alcohol ਹੁੰਦਾ ਹੈ within 5 minute reaction ਕਰ ਦਿੰਦਾ ਹੈ ਜੋ ਥੋੜਾ primary alcohol ਹੁੰਦਾ ਹੈ almost 30 minute ਲਗਾ ਦਿੰਦਾ ਹੈ and ਜੋ ਥੋੜਾ primary alcohol ਹੁੰਦਾ ਹੈ ਉਹ almost 1 ਘੰਟਾ ਜਾਂ 1 ਦਿਨ ਦੇ ਆਸ-ਪਾਸ reaction ਨੂੰ complete ਹੋਣ ਦੇ ਵਿੱਚ ਲਗਾਉਂਦਾ ਹੈ। ਤਾਂ ਇਹਨਾਂ ਨੇ ਪੁੱਛਿਆ ਹੈ ਸਭ ਤੋਂ fast ਮਤਲਬ ਜੋ ਬਹੁਤ ਹੀ ਜਲਦੀ ਹੋਏਗਾ ਇਹਦਾ ਆਨਸਰ ਕੀ ਆਏਗਾ ਤੁਹਾਡਾ tertiary alcohol। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A option that is your trimethyl carbinol। trimethyl carbinol ਕੀ ਹੈ ਤੁਹਾਡਾ this one। this is known as your trimethyl carbinol that is your tertiary butyl butanol। ethanol ਤੁਹਾਡਾ primary ਹੈ isopropanol भी primary secondary है and isobutanol भी ਤੁਹਾਡਾ secondary alcohol ਹੈ। ਤਾਂ ਸਭ ਤੋਂ ਜ਼ਿਆਦਾ fast ਤੁਹਾਡਾ tertiary alcohol ਹੁੰਦਾ ਹੈ ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A option। question number 135 among the following one which react most readily with ethanol through SN2 mechanism। SN2 mechanism ਦੇ through ਕਿਹੜਾ ਸਭ ਤੋਂ ਜ਼ਿਆਦਾ fast ਜਾਏਗਾ। SN2 ਦਾ ਮਤਲਬ ਕੀ ਹੈ ਕਿ ਜਿਹਦੇ ਵਿੱਚ ਜੋ ਥੋੜਾ ਰੇਟ ਹੈ ਉਹ ਸੈਕੰਡ ਆਰਡਰ ਕਾਈਨੈਟਿਕਸ ਨੂੰ ਫੋਲੋ ਕਰਦੀ ਹੈ ਠੀਕ ਹੈ ਤੇ ਕਿਸੇ ਵੀ ਤਰ੍ਹਾਂ ਦਾ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ। ਤਾਂ ਆਪਾਂ ਬਣਾਉਂਦੇ ਆ ਪਹਿਲਾ ਹੈ ਤੁਹਾਡਾ ਪੈਰਾ ਨਾਈਟ੍ਰੋ ਬੈਂਜ਼ਾਈਲ ਬ੍ਰੋਮਾਈਡ। ਪੈਰਾ ਨਾਈਟ੍ਰੋ ਬੈਂਜ਼ਾਈਲ bromide। ਤਾਂ ਦੇਖੋ ਪੈਰਾ ਪੋਜੀਸ਼ਨ ਤੇ ਨਾਈਟ੍ਰੋ ਹੈ and that is your benzyl bromide ਹੈ ਨਾ। ਤਾਂ ਦੇਖੋ SN2 ਹੈ ਇਥੇਨੋਲ ਦੇ ਨਾਲ ਰਿਐਕਸ਼ਨ ਹੈ। ਦੇਖੋ ਨਾਈਟ੍ਰੋ ਗਰੁੱਪ ਕੀ ਕਰ ਰਿਹਾ ਹੈ ਇਲੈਕਟ੍ਰੋਨ ਨੂੰ ਆਪਣੀ ਤਰਫ ਵਿਦਡਰੋ ਕਰ ਰਿਹਾ ਹੈ ਤਾਂ ਜਦੋਂ ਇਲੈਕਟ੍ਰੋਨ ਨੂੰ ਵਿਦਡਰੋ ਕਰੇਗਾ ਇਸ ਕਾਰਬਨ ਦੇ ਉੱਪਰ ਕੀ ਬਣ ਜਾਏਗਾ that becomes more electrophilic ਤਾਂ ਨਿਊਕਲੀਓਫਾਈਲ ਇਸ ਤੇ ਈਜ਼ੀਲੀ ਅਟੈਕ ਕਰ ਸਕਦਾ ਹੈ ਬ੍ਰੋਮਾਈਨ ਬਾਹਰ ਨਿਕਲ ਜਾਏਗਾ ਬਿਕੋਜ਼ ਪੈਰਾ ਪੋਜੀਸ਼ਨ ਤੇ ਹੀ ਜੋ ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਹੈ ਥੋੜਾ ਪੈਰਾ ਪੋਜੀਸ਼ਨ ਤੇ ਅਟੈਚ ਹੋਣ ਕਰਕੇ ਉਹ ਥੋੜੇ ਬੈਂਜ਼ਾਈਲ ਕਾਰਬਨ ਨੂੰ ਮੋਰ ਇਲੈਕਟ੍ਰੋਫਿਲਿਕ ਬਣਾ ਦੇਗਾ। ਇਲੈਕਟ੍ਰੋਨ ਨੂੰ ਵਿਦਡਰੋ ਕਰ ਰਿਹਾ ਹੈ ਇਲੈਕਟ੍ਰੋਨ ਵਿਦਡਰੋ ਕਰੇਗਾ ਤਾਂ ਕਾਰਬਨ ਉੱਪਰ ਪੋਜ਼ਿਟਿਵ ਚਾਰਜ partial positive charge create ਹੋਏਗਾ that means that becomes more electrophilic। ਅਗਰ ਜਿੰਨਾ ਜ਼ਿਆਦਾ electrophilic ਹੋਏਗਾ ਨਿਊਕਲੀਓਫਾਈਲ ਓਨਾ ਹੀ ਜਲਦੀ ਇਸ ਤੇ ਅਟੈਕ ਕਰੇਗਾ ਤੇ ਜੋ ਤੁਹਾਡਾ ਲਿਵਿੰਗ ਗਰੁੱਪ ਹੈ ਬ੍ਰੋਮਾਈਡ ਉਹ ਬਾਹਰ ਨਿਕਲ ਜਾਏਗਾ to form your SN2 product। ਤਾਂ ਮਤਲਬ ਇੱਥੇ ਆਨਸਰ ਕੀ ਆਏਗਾ ਤੁਹਾਡਾ A option ਆਏਗਾ। ਪਰ ਆਪਾਂ ਬਾਕੀ ਦੇ ਆਪਸ਼ਨ ਵੀ ਚੈੱਕ ਕਰਦੇ ਹਾਂ ਇੱਥੇ ਕੀ ਹੈ ਪੈਰਾਮਿਥਾਈਲ। ਦੇਖੋ ਮਿਥਾਈਲ ਤਾਂ ਇਲੈਕਟ੍ਰੋਨ ਡੋਨੇਟਿੰਗ ਹੈ ਤਾਂ ਡੋਨੇਟਿੰਗ ਤਾਂ ਇਲੈਕਟ੍ਰੋਨ ਦੀ ਡੈਂਸਿਟੀ ਵਧਾਏਗਾ ਉੱਥੇ ਨੈਗੇਟਿਵ ਚਾਰਜ ਕ੍ਰੀਏਟ ਕਰੇਗਾ। ਅਗਰ ਨੈਗੇਟਿਵ ਚਾਰਜ ਆ ਗਿਆ ਤਾਂ ਨਿਊਕਲੀਓਫਾਈਲ ਨੇ ਅਟੈਕ ਨਹੀਂ ਕਰਨਾ ਬਿਕੋਜ਼ ਨੈਗੇਟਿਵ ਕੀ ਕਰਨਗੇ ਰਿਪੈਲ ਕਰਨਗੇ ਅਤੇ C option ਤਾਂ ਰਿਜੈਕਟ ਆਏਗਾ। ਸਿਮਿਲਰਲੀ ਮਿਥੋਕਸੀ ਗਰੁੱਪ ਦੇਖੋ ਮਿਥੋਕਸੀ ਇਜ਼ ਅਗੇਨ ਯੂਅਰ प्लस एम इफेक्ट शो करता है वो इलेक्ट्रॉन ਨੂੰ ਕੀ ਕਰੇਗਾ ਤੁਹਾਡਾ ਡੋਨੇਟ ਕਰੇਗਾ। ਇਲੈਕਟ੍ਰੋਨ ਦੇਖੋ ਆਪਣੇ ਪਲੱਸ ਐਮ ਆਰ ਇਫੈਕਟ ਦੇ ਨਾਲ ਇਲੈਕਟ੍ਰੋਨ ਨੂੰ ਡੋਨੇਟ ਕਰੇਗਾ ਤਾਂ ਜਦੋਂ ਇਲੈਕਟ੍ਰੋਨ ਇਸਨੇ ਡੋਨੇਟ ਕੀਤੇ ਤਾਂ ਇਹਦੇ ਉੱਪਰ ਤਾਂ ਇਲੈਕਟ੍ਰੋਨ ਡੈਂਸਿਟੀ ਵੱਧ ਗਈ ਮਤਲਬ ਪਾਰਸ਼ੀਅਲ ਨੈਗੇਟਿਵ ਚਾਰਜ ਆ ਗਿਆ ਤਾਂ ਨਿਊਕਲੀਓਫਾਈਲ ਤਾਂ ਇੱਥੇ ਆ ਕੇ ਅਟੈਕ ਹੀ ਨਹੀਂ ਕਰ ਪਾਏਗਾ ਬਿਕੋਜ਼ ਨੈਗੇਟਿਵ ਰਿਪੈਲ ਕਰਨਗੇ ਤਾਂ ਡੀ ਆਪਸ਼ਨ ਅਗੇਨ ਰਿਜੈਕਟਡ। ਇੱਥੇ ਕੀ ਹੈ ਪੈਰਾ ਕਲੋਰੋ ਬੈਂਜ਼ਾਈਲ ਕਲੋਰਾਈਡ। ਦੇਖੋ ਕਲੋਰੋ ਇਜ਼ ਅਗੇਨ you are showing plus m effect ਇਲੈਕਟ੍ਰੋਨ ਨੂੰ ਡੋਨੇਟ ਕਰੇਗਾ ਤਾਂ ਇੱਥੇ B option ਵੀ ਰਿਜੈਕਟਡ ਹੈ। ਸਿਰਫ ਆਨਸਰ ਕੀ ਆਏਗਾ ਤੁਹਾਡਾ A option because nitro group is your electron withdrawing group।